ਕੀ ਹੋਇਆ ਜਦੋਂ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਆਇਆ 20 ਫੁੱਟ ਲੰਬਾ ਨਾਗ ਅਤੇ ਉਸ ਤੋਂ ਬਾਅਦ ਜੋ ਚਮਤਕਾਰ ਹੋਇਆ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ, ਜਿਸ ਦੀ ਕਲਪਨਾ ਆਮ ਇਨਸਾਨ ਨਹੀਂ ਕਰ ਸਕਦਾ। ਜਾਣੋ ਕੀ ਹੋਇਆ ਅਜਿਹਾ ਜਿਸ ਨੇ ਸਾਰੀ ਦੁਨੀਆ ਨੂੰ ਸੋਚਾਂ ਦੇ ਵਿੱਚ ਪਾ ਦਿੱਤਾ। ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਤੇਜਪਾਲ ਸਿੰਘ ਦੇ ਨਾਲ ਕੁਝ ਅਜਿਹਾ ਹੋਇਆ ਜਿਸ ਨੇ ਸਾਰੇ ਪੰਜਾਬ ਦੇ ਵਿੱਚ ਇੱਕ ਹੈਰਾਨੀ ਵਾਲਾ ਮਾਹੌਲ ਬਣਾ ਦਿੱਤਾ। ਤੇਜਪਾਲ ਸਿੰਘ ਨੇ ਦੱਸਿਆ ਕਿ ਮੈਂ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਰਹਿਣ ਵਾਲਾ ਹਾਂ ਤੇ ਮੇਰਾ ਆਪਣਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਟੈਕਸੀਆਂ ਦਾ ਕੰਮ ਹੈ। ਮੈਂ ਅੰਮ੍ਰਿਤਧਾਰੀ ਸਿੰਘ ਹਾਂ ਤੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਵਿੱਚ ਰੋਜ਼ਾਨਾ ਹਾਜ਼ਰੀ ਭਰਦਾ ਹਾਂ। ਉਹਨਾਂ ਦੀ ਕਿਰਪਾ ਹਮੇਸ਼ਾ ਹੀ ਮੇਰੇ ਪਰਿਵਾਰ ਤੇ ਕਾਰੋਬਾਰ ਤੇ ਰਹੀ ਹੈ। ਸਾਲ 2016 ਦੀ ਗੱਲ ਹੈ ਜਦੋਂ ਮੇਰਾ ਇੱਕ ਭਿਆਨਕ ਐਕਸੀਡੈਂਟ ਹੋਇਆ। ਹਾਦਸਾ ਤਾਂ ਕਾਫੀ ਭਿਆਨਕ ਸੀ ਪਰ ਪਰਮਾਤਮਾ ਦੀ ਕਿਰਪਾ ਕਰਕੇ ਮੇਰੇ ਥੋੜੀਆਂ ਹੀ ਸੱਟਾਂ ਵੱਜੀਆਂ। ਹੌਲੀ ਹੌਲੀ ਕਰ ਮੈਂ ਉਹਨਾਂ ਜ਼ਖਮਾਂ ਤੋਂ ਤਾਂ ਰਿਕਵਰ ਕਰ ਲਿਆ, ਪਰ ਉਹ ਹਾਦਸਾ ਇੰਨਾ ਕੁ ਭਿਆਨਕ ਸੀ ਕਿ ਉਸ ਹਾਦਸੇ ਦਾ ਡਰ ਮੇਰੇ ਦਿਮਾਗ ਦੇ ਵਿੱਚੋਂ ਨਿਕਲ ਨਹੀਂ ਰਿਹਾ ਸੀ ਅਤੇ ਕੁਝ ਮਹੀਨਿਆਂ ਬਾਅਦ ਮੈਨੂੰ ਅਜਿਹਾ ਮਹਿਸੂਸ ਹੋਣ ਲੱਗਿਆ ਕਿ ਜਿਵੇਂ ਮੇਰੀ ਲੱਤਾਂ ਦੇ ਵਿੱਚ ਜਾਨ ਨਹੀਂ ਹੈ ਤੇ ਇਹ ਹਾਦਸੇ ਦਾ ਡਰ ਅਜਿਹਾ ਮੇਰੇ ਮਨ ਦੇ ਵਿੱਚ ਬੈਠਿਆ ਕਿ ਮੇਰਾ ਚੱਲਣਾ ਫਿਰਨਾ ਬਿਲਕੁਲ ਬੰਦ ਹੋ ਗਿਆ ਤੇ ਇਸ ਸਮੇਂ ਮੈਂ ਬਿਲਕੁਲ ਮੰਜੇ ਦੇ ਉੱਤੇ ਸੀ। ਇੱਕ ਵੀ ਕਦਮ ਚੁੱਕਣਾ ਮੇਰੇ ਲਈ ਬਿਲਕੁਲ ਮੁਸ਼ਕਿਲ ਸੀ। ਇਹ ਸਭ ਕੁਝ ਦੇਖ ਮੇਰਾ ਪਰਿਵਾਰ ਘਬਰਾ ਗਿਆ ਕਿਉਂਕਿ ਉਸ ਸਮੇਂ ਮੇਰੇ ਬੱਚੇ ਹਾਲੇ ਛੋਟੇ ਹੀ ਸਨ। ਫਿਰ ਮੈਂ ਡਾਕਟਰ ਤੋਂ ਚੈੱਕ ਕਰਵਾਇਆ, ਹਰ ਇੱਕ ਟੈਸਟ ਸਕੈਨਿੰਗ ਕਰਵਾਈ, ਪਰ ਕਿਤੇ ਵੀ ਕੋਈ ਬਿਮਾਰੀ ਨਜ਼ਰੀ ਨਹੀਂ ਪਈ। ਡਾਕਟਰ ਨੂੰ ਫਿਰ ਸ਼ੱਕ ਹੋਇਆ ਕਿਤੇ ਦਿਮਾਗ ਦੇ ਵਿੱਚ ਕੋਈ ਚੋਟ ਨਾ ਹੋਵੇ, ਜਿਸ ਕਰਕੇ ਮੇਰੀ MRI ਕਰਵਾਈ ਗਈ, ਪਰ ਉਹ ਵੀ ਰਿਪੋਰਟ ਬਿਲਕੁਲ ਕਲੀਨ ਆਈ। ਆਖਿਰ ਡਾਕਟਰ ਨੇ ਕਿਹਾ ਕਿ ਮੈਨੂੰ ਕੋਈ ਬਿਮਾਰੀ ਨਹੀਂ ਹੈ, ਇੱਕ ਡਰ ਦੀ ਵਜ੍ਹਾ ਦੇ ਕਾਰਨ ਹੀ ਮੈਂ ਚੱਲ ਨਹੀਂ ਪਾ ਰਿਹਾ। ਹਿੰਮਤ ਕਰਕੇ ਮੈਨੂੰ ਖੁਦ ਹੀ ਚੱਲਣ ਦੀ ਕੋਸ਼ਿਸ਼ ਕਰਨੀ ਪਵੇਗੀ। ਪਰ ਉਸ ਸਮੇਂ ਮੈਂ ਕੀ ਕਰਦਾ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿਉਂਕਿ ਮੈਨੂੰ ਮੇਰੀ ਲੱਤਾਂ ਦੇ ਵਿੱਚ ਬਿਲਕੁਲ ਵੀ ਜਾਨ ਮਹਿਸੂਸ ਨਹੀਂ ਹੋ ਰਹੀ ਸੀ। ਸਮਾਂ ਦਿਨਾਂ ਦੇ ਉੱਤੇ ਪਿਆ ਤੇ ਫਿਰ ਮਹੀਨਿਆਂ ਤੇ ਹੌਲੀ ਹੌਲੀ ਫਿਰ ਸਾਲ ਹੀ ਲੰਘਦੇ ਗਏ, ਪਰ ਮੈਂ ਮੰਜੇ ਦੇ ਉੱਤੇ ਹੀ ਸੀ। ਇੱਕ ਦਿਨ ਮੇਰੀ ਪਤਨੀ ਨੇ ਮੈਨੂੰ ਕਿਹਾ ਕਿ ਉੱਠ ਕੇ ਚੱਲੋ, ਤੁਹਾਨੂੰ ਕੁਝ ਵੀ ਨਹੀਂ ਹੋਇਆ। ਜ਼ਬਰਦਸਤੀ ਉਸਨੇ ਮੈਨੂੰ ਤੋਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਸਮੇਂ ਮੈਂ ਤਿਲਕ ਕੇ ਡਿੱਗ ਗਿਆ ਤੇ ਮੇਰੇ ਲੱਕ ਦੇ ਉੱਤੇ ਸੱਟ ਵੱਜੀ। ਜਦੋਂ ਚੈੱਕ ਕਰਵਾਇਆ ਤਾਂ ਮੇਰੀ ਰੀੜ੍ਹ ਦੀ ਹੱਡੀ ਦੇ ਕੁਝ ਇੱਕ ਮਣਕੇ ਹਿੱਲ ਗਏ ਸੀ। ਪਹਿਲਾਂ ਤਾਂ ਮੇਰੇ ਤੋਂ ਚੱਲ ਨਹੀਂ ਹੁੰਦਾ ਸੀ ਤੇ ਹੁਣ ਮੇਰਾ ਬੈਠਣਾ ਵੀ ਮੁਸ਼ਕਿਲ ਹੋ ਚੁੱਕਿਆ ਸੀ। 6 ਮਹੀਨੇ ਇਸ ਦਾ ਵੀ ਇਲਾਜ ਕਰਵਾਇਆ ਤੇ ਮੈਂ ਮੰਜੇ ਦੇ ਉੱਤੇ ਸਿਰਫ ਲੇਟਿਆ ਹੀ ਰਿਹਾ। ਹੌਲੀ ਹੌਲੀ ਕਰ ਮੈਨੂੰ ਇਸ ਬਿਮਾਰੀ ਤੋਂ ਆਰਾਮ ਮਿਲਿਆ। ਹੁਣ ਸਮਾਂ ਤਾਂ ਲੰਘ ਰਿਹਾ ਸੀ ਪਰ ਮੈਂ ਹਾਲੇ ਵੀ ਮੰਜੇ ਦੇ ਉੱਤੇ ਸੀ ਤੇ ਘਰ ਦੀ ਕਮਾਈ ਦਾ ਸਾਧਨ ਵੀ ਮੈਂ ਇਕੱਲਾ ਹੀ ਸੀ। ਸੋ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਕਰਕੇ ਰੋਜ਼ਾਨਾ ਮੈਨੂੰ ਦਰਬਾਰ ਸਾਹਿਬ ਲੈ ਕੇ ਜਾਇਆ ਕਰੋ। ਸ਼ਾਇਦ ਮੇਰੇ ਕੋਲੋਂ ਕੋਈ ਭੁੱਲ ਹੋ ਚੁੱਕੀ ਹੈ ਜਿਸ ਦੀ ਵਜ੍ਹਾ ਕਰਕੇ ਮੇਰੇ ਇਹ ਹਾਲਾਤ ਹਨ। ਵੀਲ ਚੇਅਰ ਦੇ ਉੱਤੇ ਮੇਰੀ ਪਤਨੀ ਮੈਨੂੰ ਰੋਜ਼ਾਨਾ ਹੀ ਦਰਬਾਰ ਸਾਹਿਬ ਲੈ ਕੇ ਜਾਣ ਲੱਗੀ। ਮੈਂ ਪਰਿਕਰਮਾ ਦੇ ਵਿੱਚ ਬੈਠ ਕੇ ਕੀਰਤਨ ਬਾਣੀ ਸੁਣਦਾ ਰਹਿੰਦਾ ਤੇ ਅਰਦਾਸ ਕਰਦਾ ਕਿ ਹੇ ਗੁਰੂ ਰਾਮਦਾਸ ਸਾਹਿਬ ਮੇਰੀਆਂ ਭੁੱਲਾਂ ਬਖਸ਼ਾ ਦਿਓ। ਇਸੇ ਤਰ੍ਹਾਂ ਕਈ ਦਿਨ ਮੈਂ ਲਗਾਤਾਰ ਉੱਥੇ ਜਾ ਕੇ ਅਰਦਾਸ ਕਰਦਾ ਰਿਹਾ। ਹੌਲੀ ਹੌਲੀ ਮੇਰੀ ਇਸ ਹਾਲਤ ਨੂੰ ਦੇਖ ਕੇ ਮੇਰੀ ਪਤਨੀ ਵੀ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗੀ ਕਿਉਂਕਿ ਮੇਰੀ ਪਤਨੀ ਦੇ ਮਾਤਾ-ਪਿਤਾ ਗੁਜ਼ਰ ਚੁੱਕੇ ਸੀ ਤੇ ਮੇਰੇ ਤੋਂ ਇਲਾਵਾ ਉਸ ਦਾ ਹੋਰ ਕੋਈ ਵੀ ਨਹੀਂ ਸੀ। ਇਸ ਟੈਨਸ਼ਨ ਦੇ ਵਿੱਚ ਉਹ ਪਰੇਸ਼ਾਨ ਰਹਿਣ ਲੱਗੀ। ਇੱਕ ਦਿਨ ਆਪਾਂ ਦੋਵੇਂ ਦਰਬਾਰ ਸਾਹਿਬ ਰਾਤ ਦੇ ਸਮੇਂ ਪਰਿਕਰਮਾ ਦੇ ਵਿੱਚ ਬੈਠੇ ਹੋਏ ਸੀ। ਬਰਾਂਡੇ ਦੇ ਵਿੱਚ ਕੁਝ ਸੰਗਤਾਂ ਪਾਠ ਕਰ ਰਹੀਆਂ ਸੀ ਤੇ ਕੁਝ ਸੋ ਰਹੀਆਂ ਸੀ ਅਤੇ ਮੇਰੀ ਪਤਨੀ ਵੀ ਉੱਥੇ ਬਰਾਂਡੇ ਦੇ ਵਿੱਚ ਹੀ ਸੌਂ ਗਈ। ਮੈਂ ਪਾਠ ਕਰਨ ਤੋਂ ਬਾਅਦ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰ ਰਿਹਾ ਸੀ ਤੇ ਜਦੋਂ ਅਰਦਾਸ ਕਰਕੇ ਮੈਂ ਅੱਖਾਂ ਖੋਲ੍ਹੀਆਂ ਤਾਂ ਮੇਰੇ ਸਾਹਮਣੇ ਇੱਕ ਵਿਸ਼ਾਲ ਨਾਗ ਫਨ ਖਿਲਾਰ ਕੇ ਖੜਾ ਸੀ ਜੋ ਮੇਰੇ ਵੱਲ ਦੇਖ ਕੇ ਫੁੰਕਾਰ ਰਿਹਾ ਸੀ। ਅਜਿਹੀ ਚੀਜ਼ ਮੈਂ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਦੇਖੀ ਸੀ। ਉਸ 20 ਫੁੱਟ ਲੰਬੇ ਨਾਗ ਨੂੰ ਦੇਖ ਕੇ ਮੈਨੂੰ ਡਰ ਦੇ ਨਾਲ ਪਸੀਨਾ ਆ ਗਿਆ ਤੇ ਜਦੋਂ ਉਹ ਮੇਰੇ ਵੱਲ ਵਧਿਆ ਤਾਂ ਮੈਂ ਆਪਣੀ ਵੀਲ ਚੇਅਰ ਤੋਂ ਉੱਠ ਕੇ ਦਰਬਾਰ ਸਾਹਿਬ ਵੱਲ ਭੱਜਿਆ ਤੇ ਜਦੋਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਉੱਥੇ ਕੁਝ ਵੀ ਨਹੀਂ ਸੀ। ਪਿੱਛੇ ਨਾਗ ਨਾ ਦੇਖ ਕੇ ਮੇਰੇ ਸਾਹ ਦੇ ਵਿੱਚ ਸਾਹ ਆਏ ਤੇ ਮੈਂ ਵਾਪਸ ਆਪਣੀ ਵੀਲ ਚੇਅਰ ਉੱਤੇ ਜਾ ਕੇ ਬੈਠ ਗਿਆ। ਮੈਨੂੰ ਲੱਗਿਆ ਕਿ ਸ਼ਾਇਦ ਨੀਂਦ ਦੇ ਕਾਰਨ ਮੈਨੂੰ ਅਜਿਹਾ ਮਹਿਸੂਸ ਹੋਇਆ ਹੋਵੇਗਾ, ਪਰ ਅਚਾਨਕ ਹੀ ਮੈਨੂੰ ਅਹਿਸਾਸ ਹੋਇਆ ਕਿ ਮੈਂ ਆਪਣੀ ਵੀਲ ਚੇਅਰ ਤੋਂ ਉੱਠ ਕੇ ਭੱਜਿਆ ਸੀ, ਮਤਲਬ ਕਿ ਮੇਰੀਆਂ ਲੱਤਾਂ ਕੰਮ ਕਰ ਰਹੀਆਂ ਸੀ। ਮੈਂ ਫਿਰ ਦੁਬਾਰਾ ਉੱਠ ਕੇ ਚੱਲਣ ਦੀ ਕੋਸ਼ਿਸ਼ ਕੀਤੀ ਤੇ ਮੈਂ ਹੈਰਾਨ ਸੀ ਕਿ ਮੈਂ ਆਰਾਮ ਦੇ ਨਾਲ ਚੱਲ ਰਿਹਾ ਸੀ। ਮੈਨੂੰ ਲੱਗਿਆ ਕਿ ਹਾਲੇ ਵੀ ਮੈਂ ਕੋਈ ਸੁਪਨਾ ਹੀ ਦੇਖ ਰਿਹਾ ਹਾਂ। ਇਸ ਕਰਕੇ ਮੈਂ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਲੱਗਿਆ, ਪਰ ਇਹ ਕੋਈ ਸੁਪਨਾ ਨਹੀਂ ਸੀ, ਸਗੋਂ ਇੱਕ ਸੱਚਾਈ ਸੀ। ਉਸ ਤੋਂ ਬਾਅਦ ਮੈਂ ਆਪਣੀ ਪਤਨੀ ਨੂੰ ਉਠਾਇਆ ਤੇ ਉਸ ਨੂੰ ਚੱਲ ਕੇ ਦਿਖਾਇਆ। ਮੈਨੂੰ ਠੀਕ ਹੋਇਆ ਦੇਖ ਮੇਰੀ ਪਤਨੀ ਵੀ ਬਹੁਤ ਖੁਸ਼ ਹੋਈ ਤੇ ਆਪਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਅਸਲ ਦੇ ਵਿੱਚ ਉਸ ਹਾਦਸੇ ਦੇ ਕਾਰਨ ਇੱਕ ਡਰ ਮੇਰੇ ਮਨ ਅੰਦਰ ਬੈਠ ਗਿਆ ਸੀ ਅਤੇ ਉਸ ਡਰ ਨੂੰ ਮੇਰੇ ਅੰਦਰ ਦੇ ਇੱਕ ਹੋਰ ਡਰ ਨੇ ਖਤਮ ਕਰ ਦਿੱਤਾ। ਪਰਮਾਤਮਾ ਸਾਡੇ ਅੰਦਰ ਹੀ ਵਸਦਾ ਹੈ, ਉਸ ਨੂੰ ਲੱਭਣ ਦੀ ਜ਼ਰੂਰਤ ਕਿਤੇ ਬਾਹਰ ਨਹੀਂ ਸਗੋਂ ਅੰਦਰ ਹੀ ਹੁੰਦੀ ਹੈ।